तू निकी ते तेरा यकीन उठा इसलिए तू यसू दे रथ चढ़ी भी पा तेरा कम नहीं ऊंचा ते दोष लबने प्रेज़ द लॉर्ड। खुदावन तेरी हजूरी दे विच यसू कुछ भी कर सकदा तू इस अज दा मैसेज जिहड़ा खुदावन सारिਆਂ ਦੀ बरकत ਲਈ ਲੈ ਕੇ ਹਾਜ਼ਰ ਹੋਈ ਹਾਂ ਐਂਡ ਮੈਂ ਆਸ ਕਰਦੀ ਹਾਂ ਕਿ खुदावन इस ਇਹ बरकत ਜਿਹੜੀ ਤੂੰ ਮੈਨੂੰ ਦਿੱਤੀ ਹੈ ਉਹ ਸਾਰੇ ਦੇਖਣ ਵਾਲਿਆਂ ਦੇ ਨਾਲ ਵੀ ਵੰਡੇਗਾ with the authority of Lord Jesus Christ. Take responsibility of my lips. Amen. जी ਤੇ ਅਜ਼ੀਜ਼ੋ ਅੱਜ ਜੋ ਮੈਂ ਸ਼ੇਅਰ ਕਰਨ ਜਾ ਰਹੀ ਹਾਂ ਤੁਹਾਡੇ ਨਾਲ ਉਹ ਬੜੀ ਇੰਟਰਸਟਿੰਗ ਜ਼ਬਰਦਸਤ ਚੀਜ਼ ਹੈਗੀ ਆ ਕਿ ਹੰਬਲਡ ਫॉर ਹਿਸ ਗਲੋਰੀ ਕਿ ਖੁਦਾ ਦੀ ਮਹਿਮਾ ਲਈ ਨਮਰ ਹੋਣਾ ਆਪਣੇ ਆਪ ਨੂੰ ਨਮਰ ਕਰਨਾ। ਅਸੀਂ ਇਹਦਾ ਜ਼ਿਕਰ ਇੰਗਲਿਸ਼ ਤੇ ਪੰਜਾਬੀ ਦੋਨਾਂ 'ਚ ਦੇਖਣਾ ਹੈ। ਯਰਮਾਇਆ 9ਵੇਂ ਚੈਪਟਰ ਦੀ 23 ਤੇ 24ਵੀਂ ਆਇਤ ਨੂੰ ਅਸੀਂ ਦੇਖਣਾ ਜਿਹੜਾ ਕਿ ਪਹਿਲੇ ਮੈਂ ਪੰਜਾਬੀ 'ਚ ਪੜਾਂਗੀ ਤੇ ਫਿਰ ਇੰਗਲਿਸ਼। ਖੁਦਾਵਾਂ ਦਾ ਖੁਦਾ ਬਾਪ ਯਹੋਵਾ ਇਉਂ ਕਹਿੰਦਾ ਹੈ ਕਿ ਅਕਲ ਵਾਲਾ ਆਪਣੀ ਅਕਲ ਉੱਤੇ ਮਾਣ ਨਾ ਕਰੇ ਤੇ ਨਾ ਹੀ ਬਲ ਵਾਲਾ ਆਪਣੀ ਬਲ ਉੱਤੇ ਤਾਕਤ ਉੱਤੇ ਮਾਣ ਕਰੇ ਤੇ ਨਾ ਹੀ ਅਮੀਰ ਆਪਣੀ ਅਮੀਰੀ ਧਨਵਾਨ ਆਪਣੀ ਧਨ ਉੱਤੇ ਮਾਣ ਕਰੇ। ਪਰ ਜੇ ਕੋਈ ਮਾਣ ਕਰਦਾ ਵੀ ਹੈ ਤਾਂ ਸਿਰਫ ਇਸ ਗੱਲ ਤੇ ਮਾਣ ਕਰੇ ਕਿ ਉਹ ਮੈਨੂੰ ਸਮਝਦਾ ਅਤੇ ਜਾਣਦਾ ਹੈ ਕਿ ਮੈਂ ਯਹੋਵਾ ਹਾਂ ਜਿਹੜਾ ਧਰਤੀ ਉੱਤੇ ਕਿਰਪਾ ਨੇਕੀ ਦਇਆ ਇਨਸਾਫ ਤੇ ਰਾਸਤਬਾਜ਼ੀ ਦੇ ਕੰਮ ਕਰਦਾ ਹਾਂ ਕਿਉਂਕਿ ਜਿਹੜਾ ਮੇਰੀ ਖੁਸ਼ੀ ਉਹਨਾਂ ਵਿੱਚ ਹੈ ਜਿਨ੍ਹਾਂ ਦਾ ਮੇਰੇ ਵਿੱਚ ਰਹਿਣਾ। ਇਹ ਯਹੋਵਾ ਖੁਦਾਵਾਂ ਦੇ ਖੁਦਾ ਦਾ ਵਾਕ ਹੈ ਤੇ ਉਹ ਦਿਨ ਆ ਰਹੇ ਹਨ। ਯਹੋਵਾ ਦਾ ਵਾਕ ਹੈ ਕਿ ਮੈਂ ਸਾਰੇ ਸੁਨਤੀਆਂ ਤੇ ਅਸੁਨਤੀਆਂ ਸੁਨਤੀਆਂ ਨੂੰ ਅਸੁਨਤੀਆਂ ਦੇ ਨਾਲ ਸਜ਼ਾ ਦਿਆਂਗਾ। ਇੱਥੇ ਖੁਦਾ ਕਹਿੰਦਾ ਹੈ ਕਿ thus say the Lord, let's not wise man glory in his wisdom, let not the misery man glory in his might, nor let the rich man glory in his riches, but all let him who glories glory in this, that he understand and knows me, that I am the Lord, exercising the loving kindness, judgment and righteousness in this earth, for in thee I delight, say the Lord of the Lord. खुदावंद दे खुदा ने सारे नाल बड़ी स्पैशल गल कीती है कि no one is anything in this world. A person can only consider himself for any worth if he know the Lord. कि कोई भी इस दुनिया दे विच कुछ भी नहीं आ जे ਉਹ ਇਹ ਜਾਣਦਾ ਹੀ ਨਹੀਂ ਕਿ ਜਿਹੜਾ ਸਭ ਕੁਛ ਆ ਉਹ ਖੁਦਾਵਾਂ ਦਾ ਖੁਦਾ ਆ। For this to happen he has to either be humble or be humbled. ਆ ਕਿਸੇ ਉੱਤੇ ਬਖਸ਼ਿਸ਼ ਆਉਣ ਲਈ ਜ਼ਰੂਰੀ ਹੈ ਕਿ ਉਹਨੂੰ ਨਮਰ ਕੀਤਾ ਜਾਵੇ, ਸਮਝਾਇਆ ਜਾਵੇ ਖੁਦਾ ਦੇ ਬਾਰੇ ਵਿੱਚ ਤੇ ਉਹ ਫਿਰ ਨਮਰ ਹਲੀਮ ਹੋ ਜਾਵੇ। The knowledge of the Lord is the only thing that can make human glory possible. खुदा ਵੱਲੋਂ ਦਿੱਤੀ ਹੋਈ ਜਿਹੜੀ ਅਕਲਮੰਦੀ ਆ ਉਹੀ ਆ ਜਿਹੜੀ ਸਾਨੂੰ ਇਸ ਉਹਦੀ ਮਹਿਮਾ ਇਨਸਾਨੀਅਤ ਸਮਝਣ ਲਈ ਪ੍ਰੇਰਿਤ ਕਰਦੀ ਹੈ। The rest is insignificant and disappears with a time. ਬਾਕੀ ਸਾਰਾ ਕੁਝ ਜਿਹੜਾ ਉਹ ਆਇਆ ਗਿਆ ਹੋ ਜਾਂਦਾ ਹੈ ਤੇ ਉਹ ਕੋਈ ਬੇਮਕਸਦ ਹੈ। Walking the path of pride is unwise because it leads to destruction. Learning this lesson is a big challenge that each and every person has to learn by himself. ਹੰਕਾਰ ਜਿਹਨੂੰ ਆਪਾਂ ਪ੍ਰਾਈਡ ਵੀ ਕਹਿੰਦੇ ਆ ਉਹਦੇ ਰਾਹ ਦੇ ਉੱਤੇ ਚੱਲਣਾ ਬਹੁਤ ਬੇਵਕੂਫੀ ਦਾ ਰਸਤਾ ਬਣਦਾ ਤੇ ਤੁਹਾਡੇ ਰਾਹ ਦੇ ਵਿੱਚ ਬਹੁਤ ਸਾਰੇ ਭੁਲੇਖੇ ਤੇ ਬਹੁਤ ਸਾਰੀਆਂ ਜਿਹੜੀਆਂ
ਜਿਨ੍ਹਾਂ ਨੂੰ ਤੁਸੀਂ ਅਜੇ ਮਤਲਬ ਮੰਗਦੇ ਵੀ ਨਹੀਂ, ਉਹ ਡਿਸਟਰਕਸ਼ਨ ਕੇ ਬਹੁਤ ਸਾਰੀਆਂ ਰੁਕਾਵਟਾਂ ਲੈ ਆਉਂਦਾ, ਜਿਹੜਾ ਕਿ ਸਾਨੂੰ ਇਹ ਸਬਕ ਸਿਖਾਉਂਦਾ ਆ ਕਿ ਹਰ ਇਨਸਾਨ ਜਿਹੜਾ ਆ ਉਹ ਆਪਣੇ ਆਪ ਆਪਣੀ ਮਿਹਨਤ ਦੇ ਨਾਲ ਹੀ ਇਹਨਾਂ ਦੇ ਵਿੱਚੋਂ ਬਾਹਰ ਨਿਕਲ ਸਕਦਾ ਆ, ਜੇ ਉਹ ਆਪਣੇ ਵਿੱਚੋਂ ਹੰਕਾਰ ਨੂੰ ਮਨਫੀ ਕਰਦੇ। ਇੱਥੇ ਮੈਨੂੰ ਮੇਰੀ ਇੱਕ ਜ਼ਬਰਦਸਤ ਜਿਹੜੀ ਨਜ਼ਮ ਆ ਉਹ ਯਾਦ ਆ ਗਈ ਕਿ ਜਿਹੜੀ ਮੈਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੀ, ਕਿਉਂਕਿ ਇਹ ਹੰਕਾਰ ਦੀ ਗੱਲ ਹੋਈ ਆ। यसु तरमा तो पर है, संगा शर्मा तो ऊपर है, वहमा परमा तो ऊपर है, यसु कर्मा तो ऊपर है, तू हस्ती अपनी चौहंकार सारा मनफी करके देख, यसु किंज जिंदगियां बदले, तू आवी जाइस दर ते देख, तू अपने फिकरां दी पंड नूं यसु दे सिर ते तर के देख। जी ਅੱਗੇ ਲੰਘਦੇ ਹਾਂ, ਅੱਗੇ ਜਾਂਦੇ ਹਾਂ ਕਿ ਇਸ ਗੀਤ ਨੂੰ ਕੰਟੀਨਿਊ ਰੱਖਿਆ ਤੇ ਆਪਣਾ ਜਿਹੜਾ ਅੱਜ ਦਾ ਮੈਸੇਜ ਆ ਨਾ ਉਹ ਜਿਹੜਾ ਫਿਰ ਡਿਸਕੰਟੀਨਿਊ ਹੋ ਜਾਏਗਾ ਜੀ। The only way someone will acknowledge his insignificance is when he is in trouble. When this happens, he hits the humiliation and shame of rock bottom and has no other option but to humble himself. ਅਸੀਂ ਸਿਰਫ ਉਦੋਂ ਤੇ ਉਦੋਂ ਹੀ ਜਿਹੜੀ ਆ ਇਹ ਜਿਹੜੀ ਖੁਦਾ ਦੀ ਜਿਹੜੀ ਖੁਦਾਈ ਆ ਉਹਦੀ ਜਿਹੜੀ ਤਾਕਤ ਆ ਉਹਨੂੰ ਅੱਛੀ ਤਰ੍ਹਾਂ ਜਾਣ ਪਾਉਂਦੇ ਜਦੋਂ ਅਸੀਂ ਡਿਚ ਬੋਟਮ ਮਤਲਬ ਅਸੀਂ ਬਿਲਕੁਲ ਥੱਲੇ ਡਿੱਗ ਗਏ ਹੁੰਦੇ ਹਾਂ, ਤਕਲੀਫਾਂ ਦੇ ਵਿੱਚ ਅਸੀਂ ਘਿਰ ਗਏ ਹੁੰਦੇ ਹਾਂ, ਤੇ ਉਦੋਂ ਅਸੀਂ ਉਦੋਂ ਅਸੀਂ ਜ਼ਿਆਦਾ ਤਾਕਤ ਨਾਲ ਪੂਰੇ ਜ਼ੋਰ ਦੇ ਨਾਲ ਉਹਨੂੰ ਮੰਗਦੇ, ਤੂੰ ਸਿਰਫ ਔਰ ਸਿਰਫ ਔਰ ਸਿਰਫ ਤੂੰ ਸਾਨੂੰ ਇਸ ਸਿਚੁਏਸ਼ਨ 'ਚੋਂ ਕੱਢ ਸਕਦਾ, ਸਾਡੇ ਆਪਣੇ ਬਾਹਾਂ ਦਾ ਬਲ ਸਾਨੂੰ ਕਿਤੇ ਵੀ ਨਹੀਂ ਲੈ ਕੇ ਜਾ ਸਕਦਾ। ਐਂਡ ਇਹ ਉਦੋਂ ਹੁੰਦਾ ਹੈ ਜਦੋਂ ਅਸੀਂ ਸ਼ਰਮਿੰਦਗੀ ਦਾ ਪੱਥਰ ਪਰੇ ਹਟਾ ਕੇ ਤੇ ਜਦੋਂ ਅਸੀਂ ਫਿਰ ਸਿਰਫ ਔਰ ਸਿਰਫ ਖੁਦਾਵਾਂ ਦੇ ਖੁਦਾ ਦੇ ਅੱਗੇ ਇੱਕ ਆਪਣੀ ਰੂਹ ਦੇ ਜਿਹੜਾ ਆਪਣੀ ਪੂਰੀ ਰੂਹ ਦੇ ਨਾਲ ਅਸੀਂ ਉਹਦੇ ਕੋਲ ਆਪਣੇ ਆਪ ਨੂੰ ਨਮਰ ਹਲੀਮ ਕਰਕੇ ਲੈ ਕੇ ਆਉਂਦੇ ਹਾਂ। Contrary to the many people think God isn't to blame for our mistakes, we are the one who reap what we sow. It's true that God allows us to reach rock bottom and lets our human nature teaches us the way of humility, even though many times our pride prevents us from listening to his word. ਹੁਣ ਬਾਹਲੇ ਲੋਕਾਂ ਦਾ ਇਹ ਕਹਿਣਾ ਹੈ ਜਿਹੜੇ ਸਿਆਣੇ ਆ contrary ਕਿ ਖੁਦਾ ਸਾਡੀਆਂ ਗਲਤੀਆਂ ਦਾ ਜਿਹੜਾ ਹੈ ਨਾ ਉਹ ਰਿਸਪੌਂਸੀਬਲ ਨਹੀਂ ਹੈਗਾ। ਬਿਲਕੁਲ ਅਸੀਂ ਵੀ ਇਹ ਹੀ ਸੋਚਦੇ ਹਾਂ ਕਿ ਜਿਹੜਾ ਕੁਛ ਅਸੀਂ ਬੀਜਦੇ ਹਾਂ ਤੇ ਉਹੀ ਅਸੀਂ ਵੱਢਦੇ ਹਾਂ, ਪਰ ਇਹ ਹੈਗਾ ਕਿ ਉਹ ਸਾਨੂੰ ਮਤਲਬ ਜਿਹੜੀ ਬਿਲਕੁਲ ਜਿਸ ਤਰ੍ਹਾਂ ਅਸੀਂ ਕਹਿੰਦੇ ਕਿ ਉਹ ਸਾਨੂੰ ਬਿਲਕੁਲ ਨੀਚੇ ਰੌਕ ਬੋਟਮ 'ਤੇ ਅਲਾਓ ਕਰਦਾ ਹੈ ਕਿ ਅਸੀਂ ਚੱਲੀਏ ਤਾਂ ਕਿ ਅਸੀਂ ਆਪਣੀਆਂ ਆਦਤਾਂ ਬੁਰੀਆਂ ਆਦਤਾਂ ਤੋਂ ਛੁਟਕਾਰਾ ਪਾ ਸਕੀਏ ਤੇ ਉਹ ਆਦਤਾਂ ਦੇ ਵਿੱਚੋਂ ਅਸੀਂ ਅੱਛੀਆਂ ਆਦਤਾਂ ਦੀ ਚੋਣ ਕਰ ਸਕੀਏ ਤਾਂ ਕਿ ਅਸੀਂ ਉਹਦੇ ਵਚਨ ਨੂੰ ਇੰਨਾ ਪਿਆਰ ਕਰ ਸਕੀਏ, ਇੰਨਾ ਜਿਸ ਨਾਲ ਕੋਈ ਆਪਣੇ ਉੱਠਣ ਬੈਠਣ ਸੌਣ ਖਾਣ ਪੀਣ ਗਾਉਣ ਨੱਚਣ ਨੂੰ ਪਿਆਰ ਕਰਦਾ ਹੈ ਉਹਨਾਂ। The humility of suffering leads a person's soul to humiliation and consequently to honor, that is if they turn to the Creator. A blessed man in the Bible saw in his suffering the gateway to salvation, as he said. ਅੱਛਾ, ਜਿਹੜੀ ਸ਼ਰਮਿੰਦਗੀ ਆ ਉਹ ਸਾਡੀ ਜਿਹੜੀ ਰੂਹ ਆ ਉਹਨੂੰ ਹਲੀਮੀ ਦੇ ਨਾਲ ਜੋੜ ਕੇ ਉਹਨੂੰ ਹਲੀਮੀ ਦੇ ਵਿੱਚ ਬੜੀ ਸਾਫ਼ ਸੁਥਰੀ ਬਣਾਉਣ ਦਾ ਕੰਮ ਕਰ ਦਿੰਦੀ ਆ। ਤੇ ਪਰ ਐਂਡ ਉਹ ਸਾਨੂੰ ਇੱਕ ਖੁਦਾ ਦੀ ਜਿਹੜੀ ਦਿੱਤੀ ਹੋਈ ਮਹਿਮਾ ਇੱਜ਼ਤ ਉਹਦੇ ਵੱਲ ਵੀ ਮੋੜ ਲਿਆਉਂਦੀ ਆ, ਕਿਉਂਕਿ ਜਿਹੜਾ ਖੁਦਾਵਾਂ ਦਾ ਖੁਦਾ ਆ ਉਹ ਜਦੋਂ ਅਸੀਂ ਉਹਦੇ ਵੱਲ ਆਪਣੀ ਰੁੱਖ ਨੂੰ ਪਲਟ ਲੈਂਦੇ ਹਾਂ
कि ਜਿਹੜਾ ਉਹੀ ਇੱਕ ਬਖਸ਼ਿਸ਼ ਤੇ ਬਲੈਸਿੰਗ ਬਰਕਤ ਬਾਇਜ਼ ਆਦਮੀ ਜਿਹਨੇ ਕਿਹਾ ਆ ਕਿ ਇਨਸਾਨ ਦਾ ਜਿਹੜਾ ਦੁੱਖ ਆ ਉਹੀ ਉਹਨੂੰ ਕਈ ਵਾਰੀ ਨਜਾਤ ਦੇ ਰਾਹ 'ਤੇ ਮੋੜ ਲਿਆਉਂਦਾ ਆ। ਇਹਦੇ 'ਚ ਮੈਨੂੰ ਇੱਕ ਬਚਨ ਯਾਦ ਆ ਰਿਹਾ, ਦੁੱਖ ਦਾਰੂ ਸੁਖ ਰੋਗ ਪਿਆ ਜਾ ਸੁਖ ਤਮ ਨਾ ਹੋਈ। ਕਿਹਾ ਕਿ ਦੁੱਖ ਜਿਹੜਾ ਆ ਉਹ ਦਵਾਈ ਬਣ ਗਿਆ ਆ ਤੇ ਜਿਹੜਾ ਸੁੱਖ ਆ ਉਹ ਬਿਮਾਰੀ ਬਣ ਗਿਆ ਆ ਜਦੋਂ ਅਸੀਂ ਜ਼ਿਆਦਾ ਤੋਂ ਜ਼ਿਆਦਾ ਅਯਾਸ਼ੀ ਭਰੇ ਮਤਲਬ ਜਿਹੜੀਆਂ ਚੀਜ਼ਾਂ ਦੀ ਤਮੰਨਾ ਕਰ ਲਈ, ਉਦੋਂ ਜਿਹੜਾ ਸੁੱਖ ਆ ਉਹ ਸਾਡੇ ਲਈ ਬਿਮਾਰੀ ਬਣ ਗਿਆ। ਅਸੀਂ ਇਹਨੂੰ ਸਾਮ ਜਿਹੜਾ ਜ਼ਬੂਰ 119 ਦੀ 71ਵੀਂ ਆਇਤ ਦੇ ਵਿੱਚ ਵੀ ਦੇਖ ਸਕਦੇ ਹਾਂ। ਇਟਸ ਗੁੱਡ ਫॉर ਮੀ ਦੈਟ ਆਈ ਹੈਵ ਬੀਨ ਅਫਲਿਕਟਿਡ ਦੈਟ ਆਈ ਮੇ ਲਰਨ ਯੂਰ ਸਟੇਟਸ। ਕਿ ਇਹਦੇ ਵਿੱਚ ਜ਼ਬੂਰ ਦੇ ਵਿੱਚ ਕਿਹਾ ਗਿਆ ਕਿ ਅੱਛਾ, ਇਹਦੇ ਵਿੱਚ ਮੈਂ ਆਪਣੀ ਜਿਹੜੀ ਨਜ਼ਮ ਆ ਉਹਦਾ ਇੱਕ ਲਾਈਨ ਤੁਹਾਡੇ ਨਾਲ ਫਿਰ ਸ਼ੇਅਰ ਕਰੂੰਗੀ। ਉਹ ਹੈਗੀ ਕਿ ਮੇਰੇ ਦੁੱਖ ਮੇਰੇ ਦੁੱਖ ਮੇਰੇ ਦੁੱਖ ਮੇਰੇ ਦੁੱਖ ਮੇਰੇ ਦੁੱਖ ਹੀ ਮੇਰੇ ਅਣਪੋਲ ਸਾਥੀ ਬੈਠੇ ਕੁੱਟ ਗਲ ਵਕੜੀ ਪਾ ਮੈਨੂੰ ਖੁਸ਼ੀ ਯਸੂ ਤੋਂ ਬਿਨਾ ਨਾ ਕੋਈ ਵੰਡੇ ਖੁਸ਼ੀ ਯਸੂ ਤੋਂ ਬਿਨਾ ਨਾ ਕੋਈ ਵੰਡੇ ਚੰਗੀ ਲੱਗਦੀ ਯਸੂ ਦੇ ਮੂਰੇ ਆ ਮੈਨੂੰ। ਸੋ ਇਹ ਮੈਂ ਨਜ਼ਮ ਤਾਂ ਪੂਰੀ ਨਹੀਂ ਸੁਣਾਵਾਂਗੀ ਕਿਉਂਕਿ ਓਬਵੀਅਸਲੀ ਮੈਂ ਮੈਸੇਜ ਪੂਰਾ ਕਰਨਾ। ਅਸੀਂ ਇਸੇ ਤਰ੍ਹਾਂ ਗਲਾਤੀਆਂ ਜਿਹਨੂੰ ਗਲੇਸ਼ੀਅਨ ਕਹਿੰਦੇ ਆਪਾਂ ਇੰਗਲਿਸ਼ ਵਿੱਚ, ਉਹਦੇ 6ਵੇਂ ਚੈਪਟਰ ਦੀ 7ਵੀਂ ਆਇਤ ਨੂੰ ਦੇਖਣਾ ਹੈ। ਕਿਉਂਕਿ ਜਿਹੜੀ ਜਦੋਂ ਅਸੀਂ ਹੁਣ ਖੁਦਾ ਦੇ ਕੋਲੋਂ ਨਮਰ ਹੋਣਾ ਮੰਗਿਆ ਆ ਤੇ ਫਿਰ ਅਸੀਂ ਕਹਿੰਦੇ ਕਿ ਮੈਨੂੰ ਕੋਈ ਚੀਜ਼ ਸਾਨੂੰ ਪਸੰਦ ਆ ਜਾਵੇ ਤੇ ਅਸੀਂ ਕਹਿੰਦੇ ਹਾਂ ਕਿ ਦੁਨੀਆ ਭਾਵੇਂ ਇੱਧਰ ਦੀ ਉੱਧਰ ਹੋ ਜਾਵੇ, ਇਹ ਮੈਂ ਲੈ ਕੇ ਰਹਿਣਾ। ਇਹ ਹੁੰਦਾ ਤੁਹਾਡੇ ਉੱਤੇ ਖੁਦਾ ਦੀ ਬਖਸ਼ਿਸ਼ ਦਾ ਵਕਤ। ਤੁਸੀਂ ਉਹਨੂੰ ਕਿਸੇ ਵੀ ਕੀਮਤ ਉੱਤੇ ਹਾਸਲ ਕਰਨਾ ਚਾਹੁੰਦੇ, ਭਾਵੇਂ ਉਹ ਸਭ ਤੋਂ ਘਟੀਆ ਜਾਂ ਸਸਤੀ ਜਿਹੀ ਵੀ ਕੋਈ ਚੀਜ਼ ਕਿਉਂ ਨਾ ਹੋਵੇ, ਪਰ ਇੱਥੇ ਤਾਂ ਖੁਦਾਵਾਂ ਦਾ ਖੁਦਾ ਤੇ ਉਹਦੇ ਕਲਾਮ ਦੇ ਨਾਲ ਗੱਲ ਹੋ ਰਹੀ। ਤੇ ਇੱਥੇ ਜਿਹੜਾ ਕੁਛ ਮੈਂ ਕਹਿੰਦੀ ਹਾਂ ਕਿ ਆਈ ਵਾਂਟ ਇਟ ਔਨ 올 ਕੋਸਟ, ਕਿ ਮੈਂ ਇਹ ਕਿਸੇ ਵੀ ਕੋਸਟ 'ਤੇ ਮੰਗਦੀ, ਇਹ ਹੈਗਾ ਖੁਦਾ ਦਾ ਬਚਨ। Do not be deceived. God is not mocked. For whatever a man sow, he will also reap. ਉਹੀ ਸ਼ਬਦ ਜਿਹਦੀ ਅਸੀਂ ਗੱਲ ਕੀਤੀ ਹੈ ਕਿ ਯਸੂ ਕਰਮਾਂ ਤੋਂ ਵੀ ਉੱਪਰ ਹੈ। ਉਹ ਚਾਹੁੰਦਾ ਹੈ ਤੇ ਉਹ ਸਾਨੂੰ ਸਾਡੀਆਂ ਆਦਤਾਂ ਦੇ ਰਾਹੀਂ ਸਾਨੂੰ ਛੁਟਕਾਰਾ ਵੀ ਦਵਾ ਦਿੰਦਾ ਕਿ ਅਸੀਂ ਖੁਦ ਚੁਣੀਏ ਕਿ ਕਿਹੜੀਆਂ ਆਦਤਾਂ ਜਿਹੜੀਆਂ ਉਹ ਸਾਡੇ ਲਈ ਗਲਤ ਨੇ, ਹੈ ਨਾ। ਕਿਹੜੀਆਂ ਆਦਤਾਂ ਸਾਨੂੰ ਜਿਹੜੀਆਂ ਡਿਸਟਰਕਸ਼ਨ ਮਤਲਬ ਰੁਕਾਵਟਾਂ ਤੇ ਸਾਨੂੰ ਭੁਲੇਖਿਆਂ ਗੰਦਗੀ ਦੇ ਰਾਹ 'ਤੇ ਲੈ ਜਾਂਦੀਆਂ ਤੇ ਕਿਹੜੀਆਂ ਆਦਤਾਂ ਜਿਹੜੀਆਂ ਸਾਨੂੰ ਉਹਦੇ ਨਾਲ ਜੋੜਦੀਆਂ ਨੇ। ਅਸੀਂ ਗਲਾਤੀਆਂ ਦੇ 6ਵੇਂ ਚੈਪਟਰ ਦੀ 7ਵੀਂ ਆਇਤ ਜਿਹੜੀ ਉਹ ਦੇਖਣ ਲੱਗੇ ਹਾਂ। ਤੁਸੀਂ ਧੋਖਾ ਨਾ ਖਾਵੋ, ਖੁਦਾਵਾਂ ਦੇ ਖੁਦਾ ਨੂੰ ਮਖੌਲਾਂ ਵਿੱਚ ਨਾ ਉਡਾਵੋ, ਕਿਉਂਕਿ ਇਨਸਾਨ ਜੋ ਬੀਜਦਾ ਹੈ ਉਹ ਵੱਢੇਗਾ ਵੀ। ਜਿਹੜਾ ਆਪਣੇ ਸਰੀਰ ਲਈ ਬੀਜਦਾ ਹੈ ਉਹ ਸਰੀਰੋਂ ਹੀ ਵਿਨਾਸ਼, ਜਿਹਨੂੰ ਡਿਸਟਰਪਸ਼ਨ ਆਪਾਂ ਕਹਿੰਦੇ ਹਾਂ, ਉਹਨੂੰ ਵੱਢੇਗਾ। ਜਿਹੜਾ ਆਤਮਾ ਲਈ ਬੀਜਦਾ ਹੈ ਉਹ ਆਤਮਾ ਤੋਂ ਹਮੇਸ਼ਾ ਦੀ ਜ਼ਿੰਦਗੀ ਨੂੰ ਵੱਢੇਗਾ। ਜੀ, ਅਸੀਂ ਇਹ ਪੜ੍ਹ ਵੀ ਲਿਆ ਤੇ ਸੁਣ ਵੀ ਲਿਆ। ਹੁਣ ਜੇ ਤੁਸੀਂ ਹਮੇਸ਼ਾ ਦੀ ਜ਼ਿੰਦਗੀ ਪਾਉਣੀ ਆ ਤੇ ਪਾਉਣੀ ਵੀ ਹੈਗੀ ਆ ਕਿ ਔਨ 올 ਕੋਸਟ, ਕਿ ਦੁਨੀਆ ਜੋ ਮਰਜ਼ੀ ਇੱਧਰ ਦਾ ਉੱਧਰ ਹੋ ਜਾਵੇ, ਧਰਤੀ ਟਲੇ ਅਸਮਾਨ ਟਲੇ, ਖੁਦਾ ਦਾ ਬਚਨ ਕਦੀ ਨਾ ਟਲੇ ਵਾਂਗੂ ਜੇ ਤੁਸੀਂ ਸਦਾ ਦੀ ਜ਼ਿੰਦਗੀ ਪਾਉਣੀ ਹੈ ਤਾਂ ਫਿਰ ਮੈਂ ਉਹਦੇ ਤੁਹਾਨੂੰ ਹੁਣ ਜਿਹੜਾ ਮੈਂ ਉਹਦਾ ਤੁਹਾਨੂੰ ਚੈਪਟਰ ਰੈਸਪੀ ਦੇਣ ਜਾ ਰਹੀ ਹਾਂ, ਹੈ ਨਾ। I want the baptism in the Holy Spirit, but I want to indulge in the pleasure of the flesh. Impossible. ਮੈਂ ਪਾਕ ਰੂਹ ਦੇ ਵਿੱਚ ਆਪਣੇ ਆਪ ਨੂੰ ਮੱਸਾ ਕਰਨਾ ਚਾਹੁੰਦਾ ਹਾਂ। ਮੈਂ ਪਾਕ ਰੂਹ ਦੇ ਵਿੱਚ ਆਪਣੇ ਆਪ ਨੂੰ ਆਪਣੇ ਉੱਤੇ ਉਡੇਲਣਾ ਚਾਹੁੰਦਾ, ਉਡਲੀ ਚਾਹੁੰਦਾ, ਪਰ ਮੈਂ ਦੁਨੀਆ ਦੇ ਸਾਰੇ ਜਿਹੜੇ ਮੇਰੇ ਸਰੀਰ ਦੀਆਂ ਜਿਹੜੀਆਂ ਇੱਛਾਵਾਂ ਆ ਉਹਨਾਂ ਦਾ ਆਨੰਦ ਵੀ ਮਾਣਨਾ ਚਾਹੁੰਦਾ। ਕਦੇ ਵੀ ਨਹੀਂ ਹੋ ਸਕਦਾ। I want a new life, but I don't want to give up partying and impossible. ਮੈਨੂੰ ਨਵੀਂ ਜ਼ਿੰਦਗੀ ਚਾਹੀਦੀ ਆ, ਪਰ ਮੈਂ ਮਜ਼ਾਕਬਾਜ਼ੀ ਤੇ ਲੋਕਾਂ ਦੇ ਨਾਲ ਲੋਕਾਂ ਦੇ ਦਿਲਾਂ ਨੂੰ ਐਂਟਰਟੇਨ ਕਰਨਾ, ਗਲਤ ਲਫ਼ਜ਼ਾਂ ਦੇ ਰਾਹੀਂ
ਉਹ ਜਿਹੜੀ ਆ ਉਹ ਮੈਂ ਨਹੀਂ ਖਤਮ ਕਰ ਸਕਦਾ, ਇੰਪੋਸੀਬਲ, ਇਹ ਕਦੇ ਨਹੀਂ ਹੋ ਸਕਣਾ। I want to be prophecy of an abundant life to be fulfilled, but I also want to be free to do what I want. Impossible. ਮੈਂ ਚਾਹੁੰਦਾ ਹੈ ਕਿ ਮੈਂ ਖੁਦਾ ਦੀ ਇੱਕ ਜਿਉਂਦੀ ਜਾਗਦੀ ਚਿੱਠੀ ਬਣਾ, ਮੇਰੇ ਬੁੱਲਾਂ ਨੂੰ ਵਰਤ ਲਵੇ, ਪਰ ਫਿਰ ਮੈਂ ਦੁਨੀਆ ਦੀਆਂ ਜਿਹੜੀਆਂ ਗਲਤੀਆਂ ਹੈ ਉਹ ਕਰਨ ਨੂੰ ਵੀ ਮੈਂ ਆਜ਼ਾਦ ਹੋਵਾਂ। ਅਗਰ ਕਿਸੇ ਉੱਤੇ ਮੇਰਾ ਦਿਲ ਆ ਜਾਵੇ ਤਾਂ ਮੈਂ ਉਹਨੂੰ ਵੀ ਉਸ ਦਿਲ ਦੇ ਨਾਲ ਲਗਾ ਲਵਾਂ, ਕਦੇ ਨਹੀਂ ਹੋ ਸਕਦਾ, ਇਹ ਧੋਖਾ ਹੈ। I want my promised land, but I don't want to be cross the Jordan River to tear down the walls of Jericho, much less fight off the enemies who are there. Impossible. ਮੈਂ ਚਾਹੁੰਦਾ ਹੈ ਕਿ ਮੈਂ ਵਾਅਦੇ ਦੀ ਜ਼ਮੀਨ 'ਤੇ ਵੀ ਚਲਿਆ ਜਾਵਾਂ, ਪਰ ਮੈਂ ਜੋਰਡਨ ਜਿਹੜਾ ਦਰਿਆ ਆ ਉਹ ਵੀ ਜਿਹੜਾ ਉਹਨੂੰ ਉਹਦੇ ਵਿੱਚ ਪੈਰ ਨਹੀਂ ਪਾਉਣਾ ਮੰਗਦਾ, ਮੇਰੇ ਪੈਰ ਵੀ ਗਿੱਲੇ ਨਹੀਂ ਮੈਂ ਕਰਨੇ ਮੰਗਦਾ। ਮੈਂ ਜ਼ਰੀਹੋ ਦੀਆਂ ਦੀਵਾਰਾਂ ਜਿਹੜੀ ਮੇਰੀ ਜ਼ਿੰਦਗੀ ਦੇ ਆਲੇ ਦੁਆਲੇ ਮੇਰੀਆਂ ਇੱਛਾਵਾਂ ਨੇ, ਜ਼ਰੀਹੋ ਦੀਆਂ ਦੀਵਾਰਾਂ ਬਣਾਈਆਂ ਹੋਈਆਂ ਨੇ, ਮੈਂ ਉਹਨਾਂ ਨੂੰ ਵੀ ਢਾਉਣਾ ਨਹੀਂ ਚਾਹੁੰਦਾ, ਕਿਉਂਕਿ ਮੈਂ ਜਿਹੜੀਆਂ ਮੇਰੀਆਂ ਦੁਸ਼ਮਣ ਆ ਉਹਨਾਂ ਨੂੰ ਗੁੱਸੇ ਕਰਨ ਤੋਂ ਡਰਦਾ ਹਾਂ। ਨਹੀਂ ਹੋ ਸਕਦਾ ਜੀ, ਇਹ ਨਹੀਂ ਹੋ ਸਕਦਾ। I want to be graduate, but I don't want to study. ਮੈਂ ਚਾਹੁੰਦਾ ਹੈ ਕਿ ਮੈਂ ਗ੍ਰੈਜੂਏਸ਼ਨ ਕਰ ਲਵਾਂ, ਮੈਂ 14 ਜਮਾਤਾਂ ਪਾਸ ਕਰ ਲਵਾਂ, BA ਜਿਹਨੂੰ ਆਪਾਂ ਕਹਿੰਦੇ ਬੈਚਲਰ ਆਫ ਡਿਗਰੀ, ਪਰ ਮੈਂ ਪੜ੍ਹਨਾ ਨਹੀਂ ਚਾਹੁੰਦਾ। ਮੈਨੂੰ ਪਸੰਦ ਨਹੀਂ ਕਿ ਮੇਰੀਆਂ ਅੱਖਾਂ ਜਿਹੜੀਆਂ ਉਹ ਪੜ੍ਹਨ ਉੱਤੇ ਖਰਚ ਹੋਣ ਅਤੇ ਮੇਰਾ ਜਿਹੜਾ ਜਿਸਮ ਆ ਉਹ ਇੱਕ ਫੋਕਸ ਕੀਤਾ ਜਾਵੇ, ਇਹ ਨਹੀਂ ਹੋਣਾ। I want to make money and lead a quiet life, but I don't want to work hard. ਮੈਂ ਚਾਹੁੰਦਾ ਕਿ ਮੇਰੇ ਕੋਲ ਅੱਛੇ ਖਾਸੇ ਪੈਸੇ ਹੋਣ ਅਤੇ ਮੈਂ ਇੱਕ ਅੱਛੀ ਖਾਸੀ ਸਾਫ ਸੁਥਰੀ ਅਤੇ ਚੁੱਪ ਚੁਪੀਤੀ ਅੱਛੀ ਜਿਹੀ ਲਾਈਫ ਗੁਜ਼ਾਰਾਂ, ਪਰ ਮੈਂ ਕੰਮ ਨਹੀਂ ਕਰਨਾ ਚਾਹੁੰਦਾ, ਇਹ ਨਹੀਂ ਹੋਣਾ ਜੀ। ਮੈਂ ਹਾਰਡ ਕੰਮ ਤਾਂ ਬਿਲਕੁਲ ਨਹੀਂ ਕਰਨਾ ਚਾਹੁੰਦਾ, ਇਹ ਨਹੀਂ ਹੋਣਾ। I want to get married and be happy, but I don't want to follow God's advice and obey His word. Impossible. ਮੈਂ ਸ਼ਾਦੀ ਤਾਂ ਕਰਨਾ ਚਾਹੁੰਦਾ, ਮੈਂ ਇਹ ਵੀ ਚਾਹੁੰਦਾ ਕਿ ਮੇਰੀ ਸ਼ਾਦੀ ਜਿਹੜੀ ਆ ਉਹ ਸ਼ੁਦਾ ਜ਼ਿੰਦਗੀ ਸ਼ਾਦੀशुदा ਅੱਛੀ ਗੁਜ਼ਰੇ, ਪਰ ਮੈਂ ਖੁਦਾ ਨੂੰ ਵਿੱਚ ਨਹੀਂ ਰੱਖਣਾ ਚਾਹੁੰਦਾ, ਅਤੇ ਨਾ ਹੀ ਉਹਦੀ ਆਵਾਜ਼ ਮੰਨਣਾ ਚਾਹੁੰਦਾ, ਅਤੇ ਨਾ ਹੀ ਉਹਦੇ ਬਚਨ ਜਿਹੜੇ ਉਹਨਾਂ ਉੱਤੇ ਚੱਲਣਾ ਚਾਹੁੰਦਾ, ਨਾ ਉਹਦੀ ਸਲਾਹ ਲੈਣਾ ਚਾਹੁੰਦਾ। ਨਹੀਂ ਜੀ, ਇੰਪੋਸੀਬਲ, ਇਹ ਨਹੀਂ ਹੋ ਸਕਣਾ। I want to live by faith, but I don't want to sacrifice. ਮੈਂ ਚਾਹੁੰਦਾ ਕਿ ਈਮਾਨ ਜਿਹੜਾ ਉਹ ਜ਼ਰੂਰ ਮੈਨੂੰ ਪਤਾ ਲੱਗੇ ਅਤੇ ਮੈਂ ਉਹਦੇ 'ਚ ਰਵਾਂ, ਪਰ ਮੈਂ ਕੁਰਬਾਨੀ ਨਹੀਂ ਉਹਦੇ ਲਈ ਕੋਈ ਵੀ ਦੇਣਾ ਚਾਹੁੰਦਾ, ਨਾ ਆਪਣੇ ਖਾਣੇ ਦੀ, ਨਾ ਆਪਣੇ ਗਾਣੇ ਦੀ, ਨਾ ਆਪਣੇ ਬਾਣੇ ਦੀ ਕਿ ਮੈਨੂੰ ਕਿਹੋ ਜਿਹਾ ਪਾਉਣਾ ਚਾਹੀਦਾ ਆ, ਅਤੇ ਨਾ ਹੀ ਮੈਂ ਆਪਣੇ ਸੌਣ ਦੀ, ਅਤੇ ਨਾ ਹੀ ਉੱਠਣ ਦੀ, ਨਾ ਜਾਗਣ ਦੀ, ਅਤੇ ਨਾ ਹੀ ਆਪਣੇ ਖਿਆਲਾਂ ਦੀ। ਜੀ ਨਹੀਂ, ਇਹ ਨਹੀਂ ਹੋ ਸਕਦਾ, ਇੰਪੋਸੀਬਲ। I want to live by faith, but I don't want to sacrifice. ਜੀ ਇਹ ਨਹੀਂ ਹੋ ਸਕਣਾ। I want to have everything, but I don't want to pay the price. ਇੰਪੋਸੀਬਲ। ਮੈਂ ਚਾਹੁੰਦਾ ਕਿ ਹਰ ਚੀਜ਼ ਮੈਂ ਹਾਸਿਲ ਕਰ ਲਵਾਂ, ਪਰ ਉਹਦੀ ਕੀਮਤ ਨਹੀਂ ਮੈਂ ਦੇਣਾ ਮੰਗਦਾ, ਇਹ ਨਹੀਂ ਹੋ ਸਕਣਾ। I want to reap, but I don't want to sow. ਇੰਪੋਸੀਬਲ। ਮੈਂ ਚਾਹੁੰਦਾ ਹੈ ਕਿ ਮੈਂ ਕੱਟਾਂ ਜ਼ਰੂਰ ਫਲ, ਪਰ ਮੈਂ ਬੀਜਣਾ ਨਹੀਂ ਚਾਹੁੰਦਾ, ਉਹਦੀ ਜਿਹੜੀ ਐਫਰਟ ਦੇ ਵਿੱਚੋਂ ਨਹੀਂ ਜਾਣਾ ਚਾਹੁੰਦਾ। ਜੀ ਨਹੀਂ, ਇਹ ਵੀ ਨਹੀਂ ਹੋ ਸਕਦਾ। I want to make an omelette, but I don't want to break my egg. ਇੰਪੋਸੀਬਲ। ਮੈਂ ਇਹ ਤਾਂ ਚਾਹੁੰਦਾ ਹੈ ਕਿ ਮੈਂ ਓਮਲੇਟ ਤਾਂ ਖਾਵਾਂ, ਪਰ ਮੈਂ ਜਿਹੜਾ ਅੰਡਾ ਉਹਨੂੰ ਤੋੜ ਕੇ ਉਹਨੂੰ ਬੀਟ ਕਰਨ ਦੇ ਪ੍ਰੋਸੈਸ ਦੇ ਵਿੱਚੋਂ ਨਹੀਂ ਜਾਣਾ ਚਾਹੁੰਦਾ। ਜੀ ਨਹੀਂ, ਇਹ ਨਹੀਂ ਹੋ ਸਕਣਾ। No one makes a fool of God. Whoever and whatever a man sow, he will definitely reap. No one also sow to his flesh and reap a curse from his flesh, but the one who sow to the Spirit of God will reap eternal life from the Spirit of God. Prepared. ਆਇਆ ਕਿ ਪੈਰਾਗ੍ਰਾਫਟ ਕਿ ਕੋਈ ਵੀ ਖੁਦਾ ਦਾ ਮਜ਼ਾਕ ਨਹੀਂ ਬਣਾ ਸਕਦਾ, ਉਹਦਾ ਮਖੌਲ, ਉਹਨੂੰ ਫੂਲ, ਉਹਨੂੰ ਬੇਵਕੂਫ ਨਹੀਂ ਬਣਾ ਸਕਦਾ। ਜਿਹੜਾ ਕੁਛ ਉਹ ਆਪਣੀ ਆਦਤਾਂ ਦੇ ਹੱਥਾਂ ਦੇ ਵਿੱਚ ਕੈਦ ਹੋ ਕੇ ਬੀਜੂਗਾ, ਉਹਦੇ ਜਿਹੜੇ ਸਰੀਰ ਦੀਆਂ ਇੱਛਾਵਾਂ ਉਹੀ ਉਸੇ ਨੂੰ ਜਨਮ ਦੇਣਗੀਆਂ। ਐਂਡ ਜਿਹੜੀ ਲਾਨਤ ਉਹ ਆਪਣੇ ਸਰੀਰ ਦੀ ਇੱਛਾ ਦੇ ਮੁਤਾਬਿਕ ਜਿਹੜੀ ਉਹ ਵਿੱਚ ਪੈਰ ਰੱਖੂਗਾ, ਉਹਦੀ ਆਤਮਾ ਦਾ ਫਲ ਜਿਹੜਾ ਹੈ ਨਾ ਉਹ ਉਹਦੇ ਤੋਂ ਨਹੀਂ ਹਾਸਲ ਕਰ ਸਕਦਾ, ਉਹ ਸਰੀਰ ਦਾ ਫਲ ਹੀ ਹਾਸਲ ਕਰੇਗਾ। ਐਂਡ ਖੁਦਾ ਦੀ ਜਿਹੜੀ ਪਾਕ ਰੂਹ ਦੀ ਜਿਹੜੀ ਬਲੈਸਿੰਗ ਆ ਉਹ ਤੁਹਾਨੂੰ ਉਹਨਾਂ ਚਿਰ ਹਾਸਲ ਨਹੀਂ ਹੋ ਸਕਦੀ ਜਿੰਨਾ ਚਿਰ ਤੁਸੀਂ ਆਪਣੀ ਰੂਹ ਨੂੰ, ਆਪਣੀ ਜਿਹੜੀ ਜਾਨ, ਉਹਨਾਂ ਦੋਨਾਂ ਦਾ ਤਾਲਮੇਲ ਅਤੇ ਉਹਨਾਂ ਦੀ ਛਾਣਬੀਣ ਖੁਦਾ ਦੀ ਮਰਜ਼ੀ ਦੇ ਮੁਤਾਬਿਕ ਨਾ ਕਰੋ। ਜੀ ਅੱਜ ਦਾ ਜਿਹੜਾ ਬਚਨ ਆ ਮੈਨੂੰ ਬੜੀ ਖੁਸ਼ੀ ਹੋਈ ਆ
ਇਹਨੂੰ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਐਂਡ ਮੈਂ ਆਸ ਕਰਦੀ ਹਾਂ ਕਿ ਤੁਸੀਂ ਇਹਦੇ ਵਿੱਚੋਂ ਬਰਕਤ ਪਾਈ ਹੋਏਗੀ, ਕਿਉਂਕਿ ਮੈਂ ਇਹਨੂੰ ਸਮਝਦਿਆਂ ਬਹੁਤ ਬਰਕਤ ਪਾਈ ਆ ਕਿ ਅਗਰ ਕਿਸੇ ਵੀ ਕੁਛ ਵੀ ਤੁਸੀਂ ਚਾਹੁੰਦੇ ਹੋ ਤੁਸੀਂ ਹਾਸਿਲ ਕਰ ਲੈਂਦੇ ਹੋ, ਭਾਵੇਂ ਤੁਸੀਂ ਜੇ ਤੁਹਾਨੂੰ ਦੁਨੀਆ ਦੇ ਇੱਕ ਹਿੱਸੇ ਤੋਂ ਦੂਸਰੇ ਹਿੱਸੇ 'ਤੇ ਕਿਉਂ ਨਾ ਜਾਣਾ ਪਵੇ, ਪਰ ਜਿਹੜੀ ਚੀਜ਼ ਤੁਸੀਂ ਖੁਦਾ ਕੋਲ ਮੰਗਦੇ ਖੁਦਾ ਤੁਹਾਨੂੰ ਦੇ ਦਿੰਦਾ ਆ, ਖੁਦਾਵਾਂ ਦਾ ਖੁਦਾ। ਪਰ ਤੁਹਾਨੂੰ ਉਹਦੇ ਨਾਲ ਇੱਕ ਹੋਮਵਰਕ ਜ਼ਰੂਰ ਕਰਨਾ ਹੁੰਦਾ ਜਿਹਦੇ ਉੱਤੇ ਤੁਸੀਂ ਕੌਨਸਨਟਰੇਟ ਕਰਕੇ ਧਿਆਨ ਦੇ ਕੇ ਕਰਨਾ ਹੁੰਦਾ। ਥੈਂਕ ਯੂ the name of Lord Jesus Christ. I thank you so much, my Lord. You've given me ability in order to glorify your good name by giving your message to your people who wants to change their life according your will, not according their will. ਖੁਦਾਵਾਂ ਦੇ ਖੁਦਾ, ਮੈਂ ਤੇਰਾ ਲੱਖ ਲੱਖ ਸ਼ੁਕਰ ਕਰਦੀ ਹਾਂ ਕਿ ਤੂੰ ਆਪਣੇ ਬਚਨ ਦੇ ਰਾਹੀਂ ਆਪਣੇ ਲੋਕਾਂ ਨਾਲ ਗੱਲ ਕਰ ਰਿਹਾ, ਉਹਨਾਂ ਦੀ ਮਰਜ਼ੀ ਨੂੰ ਤੇਰੀ ਮਰਜ਼ੀ ਦੇ ਵਿੱਚ ਮਨਫੀ ਕਰਾਉਣ ਦੇ ਵੱਲ ਕਰ ਰਿਹਾ, ਸਿਖਾ ਰਿਹਾ। Thank you for this moment in the name of Lord Jesus Christ. Amen. Amen. And तूने की तेरा यकीन उठा